ਗੁੱਡ ਮਾਰਨਿੰਗ ਬੱਚਿਓ। ਅੱਜ ਦੀ ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗੀ, ਜ਼ਰੂਰ ਉਸ 'ਤੇ ਅਮਲ ਕਰਨਾ। ਜੇਕਰ ਤੁਹਾਡੇ ਕੋਲ ਮਾਂ ਅਤੇ ਬਾਪ ਦੋਨੋਂ ਸਹੀ ਸਲਾਮਤ ਹੈਗੇ ਆ ਤਾਂ ਉਸ ਵਾਹਿਗੁਰੂ ਦਾ, ਉਸ ਪਰਮਾਤਮਾ ਦਾ ਜ਼ਰੂਰ ਘੱਟੋ ਘੱਟ ਦਿਨ ਵਿੱਚ 2 ਵਾਰ ਸ਼ੁਕਰੀਆ ਅਦਾ ਕਰਿਆ ਕਰੋ, ਕਿਉਂਕਿ ਤੁਹਾਡੇ ਕੋਲ ਉਹ ਸੁੱਖ ਹੈ ਜੋ ਕਿ ਸੰਸਾਰ ਦੇ ਵਿੱਚ ਬਹੁਤ ਸਾਰੇ ਐਸੇ ਬੱਚੇ ਆ ਇਸ ਸੁੱਖ ਤੋਂ ਵਾਂਝੇ ਆ। ਕਿਸੇ ਦੇ ਕੋਲ ਮਾਂ ਹੈ, ਬਾਪ ਨਹੀਂ ਹੈ, ਕਿਸੇ ਕੋਲ ਬਾਪ ਹੈਗਾ ਹੈ, ਮਾਂ ਨਹੀਂ ਹੈ, ਜਾਂ ਕਈ ਬੱਚੇ ਐਸੇ ਵੀ ਹੈਗੇ ਹਨ ਜਿਨ੍ਹਾਂ ਦੇ ਕੋਲ ਦੋਨੋਂ ਜੀ ਬਚਪਨ ਤੋਂ ਨਹੀਂ ਹੁੰਦੇ। ਸੋ ਇਹਨਾਂ ਬੱਚਿਆਂ ਦਾ ਬਚਪਨ, ਜਿਨ੍ਹਾਂ ਬੱਚਿਆਂ ਦੇ ਕੋਲ ਮਾਂ ਬਾਪ ਦਾ ਸੁੱਖ ਹੈਗਾ, ਉਹਨਾਂ ਬੱਚਿਆਂ ਦੇ ਨਾਲੋਂ ਬਿਲਕੁਲ ਵੱਖਰਾ ਹੁੰਦਾ। ਸੋ ਇਸੇ ਤਰ੍ਹਾਂ ਦੇ ਵਿਚਾਰਾਂ ਨੂੰ ਪ੍ਰਗਟਾਉਂਦੀ ਹਰਭਜਨ ਸਿੰਘ ਜੀ ਦੀ ਕਵਿਤਾ ਮੇਰਾ ਬਚਪਨ ਅਸੀਂ ਪੜ੍ਹਾਂਗੇ ਅਤੇ ਜਾਣਾਂਗੇ ਕਿ ਇੱਕ ਪਿਤਾਹੀਣ ਬੱਚਾ ਆਪਣੇ ਬਚਪਨ ਦੇ ਵਿੱਚ ਕਿਹੜੇ ਦੁੱਖਾਂ ਨੂੰ ਭੋਗਦਾ ਅਤੇ ਉਹਦੀ ਮਨੋਦਸ਼ਾ ਕਿਹੋ ਜਿਹੀ ਹੁੰਦੀ ਹੈ, ਕਿਹਨਾਂ ਹਾਲਾਤਾਂ ਦੇ ਵਿੱਚ ਉਹਦੀ ਮਾਂ ਉਹਨੂੰ ਪਾਲਦੀ ਹੈ। ਕੀ ਲਿਖਦਾ ਹੈ ਕਵੀ? ਮੇਰਾ ਬਚਪਨ ਅਜੇ ਨਾ ਆਇਆ, ਮੇਰਾ ਬਚਪਨ ਕਦ ਆਵੇਗਾ। ਹੁਣ ਪਿਤਾਹੀਣ ਬੱਚਾ ਜਦੋਂ ਵੱਡਾ ਹੋ ਜਾਂਦਾ ਹੈ ਤਾਂ ਵੱਡੀ ਉਮਰ ਦੇ ਵਿੱਚ ਉਹ ਕੁਐਸਚਨ ਕਰਦਾ ਹੈ, ਪ੍ਰਸ਼ਨ ਪੁੱਛਦਾ ਹੈ, ਕਹਿੰਦਾ ਮੇਰਾ ਬਚਪਨ ਕਦੋਂ ਆਏਗਾ? ਹਾਲੇ ਤੱਕ ਤਾਂ ਆਇਆ ਨਹੀਂ, ਅਤੇ ਫਿਰ ਕਦੋਂ ਆਏਗਾ? ਜਦੋਂ ਆਪਾਂ ਵੱਡੇ ਹੋ ਜਾਂਦੇ ਹਾਂ, ਕਿਆ ਅਸੀਂ ਬੱਚਿਆਂ ਵਾਲੀਆਂ ਹਰਕਤਾਂ ਕਰ ਸਕਦੇ ਹਾਂ? ਕਿਆ ਅਸੀਂ ਉਹਨਾਂ ਵਾਂਗ ਬੇਫਿਕਰ ਹੋ ਕੇ ਭੱਜ ਦੌੜ ਸਕਦੇ ਹਾਂ? ਬਿਲਕੁਲ ਨਹੀਂ ਭੱਜ ਦੌੜ ਸਕਦੇ। ਸੋ ਬਚਪਨ ਜ਼ਿੰਦਗੀ ਦੇ ਵਿੱਚ ਇੱਕ ਵਾਰ ਹੀ ਆਉਂਦਾ ਅਤੇ ਉਸ ਬਚਪਨ ਦੇ ਵਿੱਚ ਸੁੱਖ ਵੀ ਕਿਸੇ ਕਿਸੇ ਦੇ ਭਾਗਾਂ ਦੇ ਵਿੱਚ ਹੁੰਦਾ। ਸੋ ਪਿਤਾਹੀਣ ਬੱਚਾ ਇਹੋ ਜਿਹਾ ਪ੍ਰਸ਼ਨ ਕਰਦਾ ਕਿ ਮੇਰਾ ਬਚਪਨ ਤਾਂ ਫਿਰ ਆਏਗਾ ਹੀ ਨਹੀਂ ਇਸ ਹਿਸਾਬ ਦੇ ਨਾਲ। ਕਹਿੰਦਾ ਜਦ ਉਮਰਾਂ ਦੀ ਝੋਲੀ ਦੇ ਵਿੱਚ 2, 3, 4 ਜਾਂ 5 ਵਰ੍ਹੇ ਸਨ, ਮਾਂ ਦੇ ਬੁੱਲ ਵੀਰਾਨਾਂ ਉੱਤੇ ਕਦੀ ਨਾ ਉੱਗੀ ਹਰੀ ਕਰੂੰਬਲ। ਹੁਣ ਇਹ ਪਿਤਾਹੀਣ ਬੱਚਾ ਕੀ ਕਹਿੰਦਾ ਹੈ? ਕਹਿੰਦਾ ਜਦੋਂ ਉਹ 2, 3, 4 ਜਾਂ 5 ਸਾਲਾਂ ਦਾ ਸੀਗਾ ਤਾਂ ਉਹਨੇ ਬਾਕੀ ਬੱਚਿਆਂ ਤੋਂ ਵੱਖਰਾ ਕੀ ਕੀਤਾ, ਕੀ ਦੇਖਿਆ ਉਹਨੇ? ਕਹਿੰਦਾ ਮੈਂ ਆਪਣੀ ਮਾਂ ਦੇ ਬੁੱਲਾਂ ਦੇ ਉੱਤੇ ਹਮੇਸ਼ਾ ਵੀਰਾਨਾਪਨ ਹੀ ਦੇਖਿਆ, ਵੀਰਾਨਗੀ ਹੀ ਦੇਖੀ। ਵੀਰਾਨਗੀ ਕੀ ਹੁੰਦੀ ਹੈ? ਵੀਰਾਨਗੀ ਨੂੰ ਆਪਾਂ ਬੰਜਰ ਜ਼ਮੀਨ ਦੇ ਨਾਲ ਤੁਲਨਾ ਸਕਦੇ ਹਾਂ। ਜਿਹੜੀ ਬੰਜਰ ਜ਼ਮੀਨ ਹੁੰਦੀ ਹੈ ਉਹਦੇ ਉੱਤੇ ਕੁਛ ਨਹੀਂ ਉੱਗਦਾ। ਇਸੇ ਕਰਕੇ ਕਹਿੰਦਾ ਮੇਰੀ ਮਾਂ ਦੇ ਬੁੱਲ ਤਾਂ ਮੈਂ ਵੀਰਾਨ ਹੀ ਦੇਖੇ ਹੈ। ਕਹਿੰਦਾ ਕਦੇ ਨਾ ਉੱਗੀ ਹਰੀ ਕਰੂੰਬਲ, ਉਹਨਾਂ ਦੇ ਉੱਤੇ ਖੁਸ਼ੀ ਨਾਮ ਦੀ ਹਰੀ ਕਰੂੰਬਲ ਕਦੇ ਵੀ ਮੈਂ ਕਹਿੰਦਾ ਉੱਗੀ ਨਹੀਂ ਦੇਖੀ। ਸੋ ਉਹ ਮਾਂ ਕਿਵੇਂ ਹੱਸੇਗੀ, ਕਿਵੇਂ ਖੁਸ਼ ਹੋਏਗੀ ਜਿਹਦੇ ਕੋਲ ਉਹਦਾ ਸਿਰ ਦਾ ਸਾਈਂ ਨਾ ਹੋਵੇ। ਕਹਿੰਦਾ ਨੈਣ ਉਸ ਦੇ ਭਰੇ ਭਰੇ ਸਨ, ਨੈਣ ਵੀ ਉਹਦੇ ਹਮੇਸ਼ਾ ਉਹਨੇ ਭਰੇ ਭਰੇ ਹੀ ਦੇਖੇ, ਉਦਾਸ ਦੇਖੇ। ਦਿਨ ਜਿਉਂ ਬੁਝੇ ਬੁਝੇ ਪਰਛਾਵੇਂ, ਅਤੇ ਦਿਨ ਬੁਝੇ ਹੋਏ ਪਰਛਾਵਿਆਂ ਦੇ ਵਾਂਗ ਉਹਨਾਂ ਦੇ ਬੀਤਦੇ ਸੀਗੇ। ਮਾਂ ਮੇਰੀ ਦੀ ਸਗਲ ਮੁਸ਼ੱਕਤ ਨੀਵੀਂ ਨਜ਼ਰ ਸਦਾ ਸ਼ਰਮਾਵੇ। ਅਤੇ ਵਿਧਵਾ ਔਰਤ ਦੀ ਸਥਿਤੀ ਨੂੰ ਵੀ ਇੱਥੇ ਉਸ ਬੱਚੇ ਨੇ ਪ੍ਰਗਟਾਇਆ। ਕਹਿੰਦਾ ਮਾਂ ਮੇਰੀ ਦੀ ਸਗਲ ਮੁਸ਼ੱਕਤ, ਮੇਰੀ ਮਾਂ ਦੀ ਸਾਰੀ, ਸਗਲ ਹੁੰਦਾ ਸਾਰੀ, ਮੁਸ਼ੱਕਤ ਕੀ ਹੁੰਦਾ? ਮਿਹਨਤ। ਕਿਸ ਕੰਮ ਦੇ ਵਿੱਚ ਬੀਤਦੀ ਸੀਗੀ? ਨੀਵੀਂ ਨਜ਼ਰ, ਕਿ ਉਹ ਨੀਵੀਂ ਪਾ ਕੇ ਰੱਖੇ, ਸਦਾ ਸ਼ਰਮਾਵੇ, ਕਿਉਂਕਿ ਸਮਾਜ ਵਿਧਵਾ ਇਸਤਰੀ ਨੂੰ ਜੀਣ ਨਹੀਂ ਦਿੰਦਾ। ਉਹਨੂੰ ਤਾਂ ਇਹ ਵੀ ਹੱਕ ਨਹੀਂ ਰਹਿੰਦਾ ਕਿ ਉਹ ਆਪਣੀ ਮਰਜ਼ੀ ਦੇ ਕੱਪੜੇ ਪਾ ਸਕੇ। ਜੇਕਰ ਮਾੜੇ ਜਿਹੇ ਗੂੜੇ ਕੱਪੜੇ ਪਾ ਲਵੇ ਤਾਂ ਸਾਰੀਆਂ ਨਿਗਾਹਾਂ ਉਹਨੂੰ ਤਾੜਦੀਆਂ ਕਿ ਉਹਨੇ ਕਿਉਂ ਪਾਏ। ਉਹ ਨਾ ਉਹ ਖੁੱਲ੍ਹ ਕੇ ਹੱਸ ਸਕਦੀ ਹੈ, ਨਾ ਕੋਈ ਗੱਲ ਕਰ ਸਕਦੀ ਹੈ। ਸੋ ਇਹਨਾਂ ਚੀਜ਼ਾਂ ਨੂੰ ਇੱਕ ਬੱਚਾ ਵੀ ਸਮਝਦਾ, ਉਹਨੂੰ ਵੀ ਪਤਾ ਲੱਗਦਾ ਕਿ ਮੇਰੀ ਮਾਂ ਦੀ ਹਾਲਤ ਕੀ ਹੈ। ਅੱਗੇ ਪਿਤਾਹੀਣ ਵਡੇਰੀ ਉਮਰ ਵਿੱਚ ਪਹੁੰਚਿਆ ਬੱਚਾ ਆਪਣੇ ਬਚਪਨ ਦੇ ਵਿੱਚ ਹੰਢਾਈ ਗਰੀਬੀ ਅਤੇ ਦੁੱਖ ਨੂੰ ਬਿਆਨ ਕਰਦਾ ਹੋਇਆ ਕਹਿੰਦਾ ਹੈ, ਰਾਤ ਸੁਲਗਦਾ ਸੁੰਝਾ ਪਾਲਾ, ਮੈਂ ਮੇਰੀ ਮਾਂ ਦੀਪ ਵਿਹੂਣੇ, ਜਿਉਂ ਨੇਰੇ ਦੀ ਝੁੰਬ ਮਾਰ ਕੇ 2 ਬੂਟੇ ਕੁਮਲਾਏ ਸੁੱਤੇ। ਕਹਿੰਦਾ ਅਸੀਂ ਪਾਲੇ ਦੀਆਂ ਠੰਡੀਆਂ ਰਾਤਾਂ ਨੂੰ ਕਿਸ ਤਰ੍ਹਾਂ ਬਤੀਤ ਕਰਦੇ ਸੀਗੇ? ਕਹਿੰਦਾ ਰਾਤ ਸੁਲਗਦਾ ਸੁੰਝਾ ਪਾਲਾ, ਕਹਿੰਦਾ ਰਾਤਾਂ ਨੂੰ ਬਹੁਤ ਜ਼ਿਆਦਾ ਪਾਲਾ ਹੁੰਦਾ ਸੀਗਾ ਅਤੇ ਮੈਂ ਅਤੇ ਮੇਰੀ ਮਾਂ ਆਪਣੇ ਕੋਠੇ ਦੇ ਵਿੱਚ, ਆਪਣੀ ਕੁਟੀਆ ਦੇ ਵਿੱਚ ਦੀਪ ਤੋਂ ਵੀ ਵਿਹੂਣੇ, ਵਿਹੂਣੇ ਹੁੰਦਾ ਵਾਂਝੇ, ਕਿ ਸਾਡੇ ਘਰ ਦੇ ਵਿੱਚ ਤਾਂ ਰੌਸ਼ਨੀ ਕਰਨ ਦੇ ਲਈ ਦੀਪਕ ਵੀ ਨਹੀਂ ਸੀਗਾ ਹੁੰਦਾ। ਕਹਿੰਦਾ ਜਿਉਂ ਨੇਰੇ ਦੀ ਝੁੰਬ ਮਾਰ ਕੇ 2 ਬੂਟੇ ਕੁਮਲਾਏ ਸੁੱਤੇ, ਅਤੇ ਉੱਪਰ ਲੈਣ ਦੇ ਲਈ ਉਸ ਪਾਲੇ ਦੇ ਵਿੱਚ ਕੁਛ ਨਹੀਂ ਸੀਗਾ ਹੁੰਦਾ। ਅਤੇ ਉਹਨਾਂ ਨੇ ਨੇਰੇ ਦੀ ਝੁੰਬ ਮਾਰ ਕੇ, ਝੁੰਬ ਮਾਰਨਾ ਹੁੰਦਾ ਬੁੱਕਲ ਮਾਰਨਾ, ਠੀਕ ਹੈ, ਨੇਰੇ ਦੀ ਹੀ ਬੁੱਕਲ ਮਾਰ ਕੇ ਉਹਨਾਂ ਨੇ 2 ਕੁਮਲਾਏ ਹੋਏ ਬੂਟਿਆਂ ਦੇ ਵਾਂਗ ਉਹਨਾਂ ਨੇ ਸੌਣਾ। 2 ਕੁਮਲਾਏ ਹੋਏ ਬੂਟੇ ਹੋਰ ਕਰ ਵੀ ਕੀ ਸਕਦੇ ਜਿਨ੍ਹਾਂ ਦੇ ਘਰ ਇੰਨੀ ਗਰੀਬੀ ਹੋਵੇ, ਪਿਤਾ ਘਰ ਦੇ ਵਿੱਚ ਨਾ ਹੋਵੇ, ਮਾਂ ਨੂੰ ਸਾਰਾ ਦਿਨ ਕੰਮ ਕਰਨਾ ਪੈਂਦਾ ਹੋਵੇ ਅਤੇ ਰਾਤ ਨੂੰ ਕੁਛ ਉੱਪਰ ਲੈਣ ਦੇ ਲਈ, ਉਸ ਪਾਲੇ ਨੂੰ ਦੂਰ ਕਰਨ ਦੇ ਲਈ ਵੀ ਨਾ ਹੋਵੇ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੰਨਾ ਹੁਣ ਪਾਲਾ ਪੈਂਦਾ ਅਤੇ ਉਸ ਪਾਲੇ ਤੋਂ ਬਚਣ ਦੇ ਲਈ ਅਸੀਂ ਕੀ ਕੁਛ ਕਰਦੇ ਹਾਂ। ਸੋਹਣੇ ਸੋਹਣੇ ਕੰਬਲ ਸਾਡੇ ਘਰਾਂ ਦੇ ਵਿੱਚ ਪਏ ਆ, ਮੋਟੀਆਂ ਮੋਟੀਆਂ ਰਜਾਈਆਂ ਸਾਡੇ ਕੋਲ ਪਈਆਂ, ਹੀਟਰ ਘਰਾਂ ਦੇ ਵਿੱਚ ਲੱਗੇ ਹੋਏ ਆ। ਪਰ ਇਹੋ ਜਿਹੇ ਬੱਚੇ ਦਾ ਬਚਪਨ ਕਿਹੋ ਜਿਹਾ ਹੋਏਗਾ ਜਿਹੜਾ ਹਨੇਰੇ ਦੀ ਝੁੰਬ ਬੁੱਕਲ ਮਾਰ ਕੇ ਬੈਠਣ ਦੇ ਲਈ ਮਜਬੂਰ ਹੋਏਗਾ। ਕਹਿੰਦਾ ਸਾਡੇ ਵਿਹੜੇ ਮਰੀ ਕਹਾਣੀ, ਹੋਰ ਅੱਗੇ ਆਪਣੇ ਦੁੱਖ ਨੂੰ ਬਿਆਨ ਕਰਦਾ। ਕਹਿੰਦਾ ਸਾਡੇ ਵਿਹੜੇ ਮਰੀ ਕਹਾਣੀ, ਇੱਕ ਸੀ ਰਾਜਾ ਇੱਕ ਸੀ ਰਾਣੀ। ਸੋ ਇਹੋ ਜਿਹਾ ਬੱਚਾ ਤਾਂ ਆਪਣੇ ਬਚਪਨ ਵਿੱਚ ਰਾਜੇ ਰਾਣੀਆਂ ਦੀਆਂ ਕਹਾਣੀਆਂ ਵੀ ਨਹੀਂ ਸੁਣਦਾ,
ਕਿਉਂਕਿ ਸੁਣਾਉਣੀਆਂ ਕਿਹਨੇ ਆ? ਜਦੋਂ ਹੈ ਹੀ ਘਰ ਦੇ ਵਿੱਚ ਇਕੱਲੀ ਮਾਂ ਹੈ ਔਰ ਗਰੀਬੀ ਵੀ ਰੱਜ ਕੇ ਪੈਂਦੀ ਹੋਵੇ, ਤਾਂ ਫਿਰ ਕਹਾਣੀਆਂ ਉਹਨੂੰ ਕੌਣ ਸੁਣਾਏਗਾ? ਸੋ ਇਹੋ ਜਿਹਾ ਬੱਚਾ ਬਚਪਨ ਆਪਣਾ ਤਰਸ ਕੇ ਹੰਢਾਉਂਦਾ ਹੈ। ਅੱਗੇ ਲੇਖਕ ਕੀ ਲਿਖਦਾ ਹੈ? ਕਦੀ ਕਦੀ ਮੇਰੀ ਮਾਂ ਆਖੇ, ਵੇ ਮੇਰੇ ਦੁੱਖ ਦਰਦ ਦੇ ਹਾਣੀ, ਮੇਰੀ ਹਿੱਕ ਨੂੰ ਲੱਗ ਕੇ ਸੌਂ ਜਾ। ਜਿਸ ਥਾਂ ਤੇਰਾ ਬਾਪ ਸਿਧਾਇਆ, ਉਸ ਥਾਵੇਂ ਕੋਈ ਪਾਪ ਨਾ ਆਵੇ, ਮੇਰੇ ਬੂਟੇ ਗੱਭਰੂ ਹੋ ਜਾ। ਤੇਰੀ ਛਾਵੇਂ ਮੈਂ ਸੌਂ ਜਾਵਾਂ, ਕਦੇ ਕਦੇ ਬਾਲਾਂ ਦੇ ਕੁੱਛੜ, ਸੌਣ ਨਿਚਿੰਤ ਨਿਕਰਮਣ ਮਾਵਾਂ। ਸੋ ਅੱਗੇ ਉਹ ਬੱਚਾ ਆਪਣੇ ਦੁੱਖ ਬਾਰੇ ਬਿਆਨ ਕਰਦਾ ਹੈ, ਕਹਿੰਦਾ ਹੈ ਕਿ ਮੇਰੀ ਮਾਂ ਕਹਾਣੀ ਸੁਣਾਉਣ ਦੀ ਥਾਂ ਮੈਨੂੰ ਕਈ ਵਾਰੀ ਕਹਿੰਦੀ ਹੈ ਕਿ ਤੂੰ ਮੇਰੇ ਦੁੱਖ ਦਰਦ ਦਾ ਹਾਣੀ ਹੈ, ਜਦ ਕਿ ਸੁਹਾਗਣ ਇਸਤਰੀਆਂ ਦੇ ਦੁੱਖ ਦਰਦ ਦੇ ਹਾਣੀ ਉਹਨਾਂ ਦੇ ਪਤੀ ਹੁੰਦੇ ਆ। ਪਰ ਅਜਿਹੀ ਨਿਕਰਮਣ ਮਾਂ ਦਾ ਸਹਾਰਾ ਉਹਦਾ ਆਪਣਾ ਬੱਚਾ ਹੀ ਹੁੰਦਾ। ਅਤੇ ਹੋਰ ਉਹ ਅੱਗੇ ਕੀ ਕਹਿੰਦੀ ਹੈ ਕਿ ਤੂੰ ਮੇਰੇ ਹਿੱਕ ਦੇ ਨਾਲ ਲੱਗ ਕੇ ਸੌਂ। ਅਤੇ ਫਿਰ ਉਹ ਅੱਗੇ ਇਹ ਵੀ ਕਹਿੰਦੀ ਹੈ ਕਿ ਜਿਸ ਥਾਂ ਤੋਂ ਤੇਰਾ ਬਾਪ ਜਾ ਚੁੱਕਿਆ, ਉਹ ਮਰ ਚੁੱਕਿਆ, ਉਹਦੀ ਮੌਤ ਹੋ ਚੁੱਕੀ ਹੈ, ਇਹ ਨਾ ਹੋਵੇ ਕਿ ਉਸ ਥਾਂ ਦੇ ਉੱਤੇ ਕਿਸੇ ਹੋਰ ਪਾਪੀ ਬੰਦੇ ਦੀ ਨਿਗਾਹ ਪਵੇ, ਮਤਲਬ ਉਹਨੂੰ ਕੋਈ ਮਾੜੀ ਨੀਤ ਦੇ ਨਾਲ ਦੇਖੇ। ਬੱਚਿਓ, ਇਹ ਅਕਸਰ ਵਿਧਵਾ ਇਸਤਰੀਆਂ ਦੇ ਨਾਲ ਹੁੰਦਾ ਹੈ ਕਿ ਉਹਨਾਂ ਦੇ ਵੱਲ ਬਹੁਤ ਸਾਰੀਆਂ ਪਾਪੀ ਨਿਗਾਹਾਂ ਅੱਖ ਰੱਖਦੀਆਂ ਉਹਨਾਂ ਦੇ ਉੱਤੇ, ਉਹਨਾਂ ਦੇ ਨਾਲ ਬੁਰਾ ਕਰਨ ਦੀ ਕੋਸ਼ਿਸ਼ ਕਰਦੀਆਂ। ਸੋ ਅਜਿਹੀਆਂ ਮਾਵਾਂ ਡਰਦੀਆਂ, ਉਹਨਾਂ ਨੂੰ ਉਹ ਆਪਣਾ ਛੋਟਾ ਜਿਹਾ ਬੱਚਾ ਆਪਣਾ ਸਹਾਰਾ ਨਜ਼ਰ ਆਉਂਦਾ। ਫਿਰ ਅੱਗੇ ਕੀ ਕਹਿੰਦੀ ਆ ਮਾਂ? ਮੇਰੇ ਬੂਟੇ ਗੱਭਰੂ ਹੋ ਜਾ। ਉਹਦੇ ਲਈ ਉਹ ਉਹਦਾ ਛੋਟਾ ਜਿਹਾ ਬੱਚਾ ਬੂਟਾ ਹੈ ਜਿਹਨੂੰ ਉਹ ਛੇਤੀ ਤੋਂ ਛੇਤੀ ਵੱਡਾ ਹੋਇਆ ਦੇਖਣਾ ਚਾਹੁੰਦੀ ਹੈ, ਗੱਭਰੂ ਹੋਇਆ ਦੇਖਣਾ ਚਾਹੁੰਦੀ ਹੈ, ਤਾਂ ਕਿ ਉਹ ਉਹਦੀ ਇੱਜ਼ਤ ਦੀ ਰਾਖੀ ਕਰ ਸਕੇ, ਤਾਂ ਜੋ ਉਹਨੂੰ ਉਹ ਛਾਂ ਦੇ ਸਕੇ। ਤੇਰੀ ਛਾਵੇਂ ਮੈਂ ਸੌਂ ਜਾਵਾਂ। ਸੋ ਇਹ ਮਾਂ ਦੀ ਹਾਲਤ ਇਸ ਤਰ੍ਹਾਂ ਦੀ ਹੁੰਦੀ ਹੈ। ਕਹਿੰਦੀ ਕਦੇ ਕਦੇ ਬਾਲਾਂ ਦੇ ਕੁੱਛੜ, ਸੌਣ ਨਿਸ਼ਚਿੰਤ ਨਿਕਰਮਣ ਮਾਵਾਂ। ਸੋ ਉਹ ਬੱਚਾ ਕਹਿੰਦਾ ਹੈ ਜਦੋਂ ਕਿ ਬੱਚੇ ਆਪਣੀਆਂ ਮਾਵਾਂ ਦੇ ਕੁੱਛੜ ਸੌਂਦੇ ਆ ਨਿਸ਼ਚਿੰਤ ਹੋ ਕੇ, ਉਹਨਾਂ ਨੂੰ ਕੋਈ ਡਰ ਭੈ ਨਹੀਂ ਹੁੰਦਾ। ਪਰ ਅਜਿਹੀਆਂ ਮਾਵਾਂ ਦੀ ਹਾਲਤ ਇਹ ਹੁੰਦੀ ਹੈ ਕਿ ਉਹ ਆਪਣੇ ਨਿੱਕੇ ਨਿੱਕੇ ਬੱਚਿਆਂ ਦੇ ਸਹਾਰੇ ਉਹਨਾਂ ਦੇ ਕੁੱਛੜ ਲਾ ਕੇ ਸੌਂਦੀਆਂ, ਆਸ ਕਰਦੀਆਂ ਕਿ ਇਹ ਬੱਚਾ ਮੈਨੂੰ ਸਹਾਰਾ ਦੇਗਾ, ਇਹਦੇ ਕਰਕੇ ਮੇਰੇ ਵੱਲ ਕੋਈ ਬੁਰੀ ਨਿਗਾਹ ਦੇ ਨਾਲ ਨਹੀਂ ਦੇਖੇਗਾ। ਅੱਗੇ ਕੀ ਲਿਖਦਾ ਹੈ ਕਵੀ? ਮੈਂ ਆਪਣੀ ਮਾਤਾ ਦਾ ਓਲਾ, ਉਸਦੀ ਛਾਂ ਉਸਦਾ ਪਰਛਾਵਾਂ। ਕਹਿੰਦਾ ਮੇਰਾ ਬਚਪਨ ਸਧਾਰਨ ਬੱਚਿਆਂ ਵਰਗਾ ਨਾ ਹੋ ਕੇ ਬਿਲਕੁਲ ਵੱਖਰਾ ਸੀਗਾ। ਕਹਿੰਦਾ ਮੈਂ ਆਪਣੀ ਮਾਂ ਦੇ ਲਈ ਬਚਪਨ ਤੋਂ ਹੀ ਉਹਦਾ ਓਲਾ ਰਿਹਾ, ਜਦ ਕਿ ਹੋਣਾ ਕੌਣ ਚਾਹੀਦਾ ਸੀਗਾ? ਉਹਦਾ ਬਾਪ ਉਹਦੀ ਮਾਂ ਦਾ ਓਲਾ ਬਣਦਾ, ਉਹੀ ਉਹਦੀ ਛਾਂ ਬਣਦਾ, ਉਹਦਾ ਪਰਛਾਵਾਂ ਬਣਦਾ। ਪਰ ਇਹੀ ਜ਼ਿੰਮੇਵਾਰੀ ਉਹਨੂੰ ਬਚਪਨ ਦੇ ਵਿੱਚ ਇਹ ਸੰਭਾਲਣੀ ਪਈ। ਉਹ ਆਪਣੀ ਮਾਂ ਦੇ ਲਈ ਓਲਾ ਬਣਿਆ, ਉਹਨੂੰ ਲੋਕਾਂ ਦੀਆਂ ਨਿਗਾਹਾਂ ਤੋਂ ਬਚਾਉਣ ਵਾਲਾ ਬਣਿਆ, ਉਹਦੀ ਛਾਂ ਵੀ ਬਣਿਆ ਅਤੇ ਉਹਦੇ ਨਾਲ ਹਰ ਦਮ ਚੱਲਣ ਵਾਲਾ ਉਹਦਾ ਪਰਛਾਵਾਂ ਵੀ ਬਣਿਆ। ਫਿਰ ਅੱਗੇ ਉਹ ਕੀ ਕਹਿੰਦਾ? ਕਹਿੰਦਾ ਉਂਝ ਤਾਂ ਹਰ ਮਾਂ ਸੋਹਣੀ ਹੁੰਦੀ, ਹਰੇਕ ਬੱਚੇ ਦੇ ਲਈ ਉਹਦੀ ਮਾਂ ਬਹੁਤ ਸੋਹਣੀ ਹੁੰਦੀ ਹੈ, ਪਰ ਕਹਿੰਦਾ ਮੇਰੀ ਮਾਂ ਵੀ ਸੋਹਣੀ ਹੈ, ਪਰ ਮੇਰੀ ਮਾਂ ਦੇ ਜੀਵਨ ਦੇ ਵਿੱਚ ਉਹਦੀ ਸੋਹਣੀ ਹੋਣ ਦੇ ਲਈ ਬਹੁਤ ਸਾਰੇ ਦੁੱਖ ਵੀ ਹੈ। ਕਹਿੰਦਾ ਪਰ ਮੇਰੀ ਮਾਂ ਦੇਖ ਦੇਖ ਕੇ ਹਰ ਅੱਖ ਸੁਲਗੇ ਜਿਵੇਂ ਦੁਪਹਿਰੀ। ਪਰ ਕਹਿੰਦਾ ਮੇਰੀ ਮਾਂ ਦੇ ਸੁਹੱਪਣ ਨੂੰ ਦੇਖ ਕੇ ਹਰ ਇੱਕ ਬੁਰੀ ਅੱਖ ਸੁਲਗਦੀ ਹੈ, ਜਿਸ ਦਾ ਸੇਕ ਤੇਜ਼ ਗਰਮ ਦੁਪਹਿਰਾਂ ਵਰਗਾ ਹੁੰਦਾ। ਕਹਿੰਦਾ ਮੈਂ ਉਸ ਦੇ ਸੰਗ ਤੁਰਿਆ ਜਾਵਾਂ, ਚੁੱਪ ਸੰਘਣੀ ਛਾਂ ਇਕਹਿਰੀ, ਨਜ਼ਰ ਨਜ਼ਰ ਮੇਰੀ ਮਕਤਬ ਸੀ, ਬੋਲ ਬੋਲ ਸੀ ਸੰਥਾ ਮੇਰੀ, ਬਚਪਨ ਆਉਂਦਾ ਤਾਂ ਕਿਸ ਰਾਹੋਂ, ਹਰ ਰਾਹ ਸੂਝ ਸਮਝ ਨੇ ਘੇਰੀ। ਸੋ ਇਸ ਬੱਚੇ ਦੀ ਕੀ ਹਾਲਤ ਹੈ? ਕਹਿੰਦਾ ਮੇਰੀ ਮਾਂ ਨੂੰ ਹਰ ਇਨਸਾਨ, ਹਰ ਬੰਦੇ ਦੀ ਜਿਹੜੀ ਬੁਰੀ ਨਿਗਾਹ ਉਹਨੂੰ ਤੱਕਦੀ। ਸੋ ਕਹਿੰਦਾ ਮੈਂ ਉਸ ਦੇ ਸੰਗ ਤੁਰਿਆ ਜਾਵਾਂ। ਸੋ ਇਸ ਹਾਲਾਤ ਦੇ ਵਿੱਚ ਕਹਿੰਦਾ ਮੈਂ ਆਪਣੀ ਮਾਂ ਦੇ ਨਾਲ ਤੁਰਿਆ ਜਾ ਰਿਹਾ, ਆਪਣੇ ਜੀਵਨ ਨੂੰ, ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਜਾ ਰਿਹਾ, ਪਰ ਸਾਡੇ ਦੋਵਾਂ ਦੇ ਵਿੱਚ ਸੰਘਣੀ ਚੁੱਪ ਛਾਈ ਰਹਿੰਦੀ ਹਰਦਮ। ਕਹਿੰਦਾ ਛਾਂ ਇਕਹਿਰੀ। ਅਤੇ ਮੈਨੂੰ ਇਹ ਵੀ ਮਹਿਸੂਸ ਹੁੰਦਾ ਕਿ ਇਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਮੇਰੀ ਮਾਂ ਮੇਰੇ ਲਈ ਇੱਕੋ ਇੱਕ ਸਹਾਰਾ, ਇੱਕੋ ਇੱਕ ਛਾਂ ਹੈ ਜੋ ਇਸ ਦੁਨੀਆ ਤੋਂ ਮੈਨੂੰ ਬਚਾ ਕੇ ਪਾਲ ਰਹੀ ਹੈ। ਕਹਿੰਦਾ ਨਜ਼ਰ ਨਜ਼ਰ ਮੇਰਾ ਮਕਤਬ ਸੀ। ਸੋ ਹੁਣ ਲੋਕਾਂ ਦੀਆਂ ਜਿਹੜੀਆਂ ਇਹ ਬੁਰੀਆਂ ਨਿਗਾਹਾਂ ਹੈ, ਬੁਰੀਆਂ ਭਾਵਨਾਵਾਂ ਹੈ, ਇਹ ਉਹਦੇ ਲਈ ਮਕਤਬ ਬਣਦਾ। ਮਕਤਬ ਕੀ ਹੈ? ਜਿੱਥੇ ਬੱਚਾ ਸਿੱਖਿਆ ਲੈਣ ਜਾਂਦਾ, ਸਕੂਲ ਕਹਿ ਸਕਦੇ ਹਾਂ ਆਪਾਂ। ਸੋ ਉਹ ਲੋਕਾਂ ਦੀਆਂ ਬੁਰੀਆਂ ਨਿਗਾਹਾਂ ਤੋਂ ਜੀਣਾ ਸਿੱਖ ਰਿਹਾ ਹੈ। ਕਹਿੰਦਾ ਬੋਲ ਬੋਲ ਸੀ ਸੰਥਾ ਮੇਰੀ। ਸੋ ਲੋਕਾਂ ਦੇ ਬੋਲ ਉਹਦੇ ਲਈ ਸਬਕ ਬਣ ਰਹੇ ਸੀਗੇ, ਉਹਨਾਂ ਤੋਂ ਉਹ ਸਿੱਖਿਆ ਲੈ ਰਿਹਾ ਸੀ। ਬਚਪਨ ਆਉਂਦਾ ਤਾਂ ਕਿਸ ਰਾਹੋਂ, ਹਰ ਰਾਹ ਸੂਝ ਸਮਝ ਨੇ ਘੇਰੀ। ਸੋ ਹੁਣ ਬਚਪਨ ਇਹੋ ਜਿਹੇ ਬੱਚੇ ਦੇ ਜੀਵਨ ਦੇ ਵਿੱਚ ਕਿੱਥੋਂ ਆਏਗਾ? ਉਹ ਤਾਂ ਥਾਂ ਥਾਂ ਤੋਂ ਸਬਕ ਲੈ ਰਿਹਾ, ਸਿੱਖਿਆ ਲੈ ਰਿਹਾ, ਠੀਕ ਹੈ। ਲੋਕਾਂ ਦੇ ਬੋਲ ਉਹਨੂੰ ਸਿਖਾ ਰਹੇ ਆ, ਉਹਨੂੰ ਡਰ ਹੈ ਆਪਣੀ ਮਾਂ ਦੇ ਲਈ, ਉਹਦੀ ਇੱਜ਼ਤ ਦੇ ਲਈ, ਠੀਕ ਹੈ। ਉਹ ਤਾਂ ਉਹਦਾ ਰਾਖਾ ਬਣਿਆ ਬੈਠਾ। ਸੋ ਇਹੋ ਜਿਹਾ ਬੱਚਾ ਆਪਣਾ ਬਚਪਨ ਕਿਵੇਂ ਬਤੀਤ ਕਰ ਸਕਦਾ ਹੈ ਜਿਹਨੂੰ ਬਚਪਨ ਦੇ ਵਿੱਚ ਇਹ ਸਮਝ ਅਤੇ ਸੂਝ ਨੇ ਘੇਰ ਲਿਆ ਹੋਵੇ, ਉਹਨੂੰ ਸਮਝਦਾਰ ਗੱਲਾਂ ਕਰਨੀਆਂ ਪੈ ਰਹੀਆਂ ਹੋਣ, ਉਹਨੂੰ ਸੋਚ ਕੇ ਚੱਲਣਾ ਪੈ ਰਿਹਾ ਹੋਵੇ।
ਪਿਤਾਹੀਣ ਵਡੇਰੀ ਉਮਰ ਦਾ ਇਹ ਬੱਚਾ ਆਪਣੇ ਦੁੱਖ ਨੂੰ ਬਿਆਨ ਕਰਦਾ ਹੋਇਆ ਫਿਰ ਕੀ ਕਹਿੰਦਾ ਹੈ, ਇੱਕ ਦਿਨ ਮਾਂ ਨੇ ਬਾਤ ਸੁਣਾਈ, ਕਿਵੇਂ ਉਸਨੇ ਆਪਣੇ ਹੱਥੀਂ ਪਿਤਾ ਮੇਰੇ ਦੀ ਚਿਤਾ ਜਲਾਈ। ਫਿਰ ਕਹਿੰਦਾ ਉਹਨੇ ਮੈਨੂੰ ਰਾਜੇ ਰਾਣੀਆਂ ਦੀਆਂ ਕਹਾਣੀਆਂ ਨਹੀਂ ਸੁਣਾਈਆਂ, ਸਗੋਂ ਇੱਕ ਦਿਨ ਮੈਨੂੰ ਉਹਨੇ ਇਹ ਕਹਾਣੀ ਸੁਣਾਈ ਕਿ ਕਿਸ ਤਰ੍ਹਾਂ ਉਹਨੇ ਆਪਣੇ ਹੱਥੀਂ ਉਹਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਹਦੇ ਪਿਤਾ ਦੀ ਚਿਤਾ ਨੂੰ ਅੱਗ ਲਾਈ ਸੀਗੀ। ਕਹਿੰਦਾ ਫਿਰ ਕੁਰਲਾਈ, ਅਤੇ ਇਹ ਕਹਾਣੀ ਸੁਣਾਉਂਦੇ ਹੋਏ ਉਹ ਕੁਰਲਾਉਂਦੀ ਸੀਗੀ, ਰੋਂਦੀ ਸੀਗੀ, ਚੀਕਦੀ ਸੀਗੀ, ਨਹੀਂ ਨਹੀਂ ਮੈਂ ਆਪਣੇ ਹੱਥੀਂ ਤੇਰਾ ਬਚਪਨ ਆਪ ਚਲਾਇਆ। ਅਤੇ ਨਾਲ ਦੀ ਨਾਲ ਉਹ ਇਹ ਕਹਿੰਦੀ ਸੀਗੀ, ਮੈਂ ਜਦੋਂ ਤੇਰਾ ਬਾਪ ਮਰਿਆ ਇਕੱਲਾ ਮੈਂ ਉਹਦੀ ਚਿਤਾ ਨੂੰ ਹੀ ਅੱਗ ਨਹੀਂ ਲਗਾਈ, ਸਗੋਂ ਮੈਂ ਆਪਣੇ ਹੱਥੀਂ ਤੇਰੇ ਬਚਪਨ ਨੂੰ ਵੀ ਜਲਾ ਦਿੱਤਾ। ਮੇਰਾ ਬਚਪਨ ਉਦੋਂ ਨਾ ਆਇਆ, ਮੇਰਾ ਬਚਪਨ ਕਦ ਆਵੇਗਾ। ਸੋ ਇਹੋ ਜਿਹੇ ਬੱਚੇ ਦੀ ਜੋ ਪਿਤਾਹੀਣ ਹੈ, ਜਿਹਦਾ ਬਚਪਨ ਆਮ ਬੱਚਿਆਂ ਵਰਗਾ ਬਿਲਕੁਲ ਨਹੀਂ ਸੀਗਾ, ਉਹ ਬਾਰ-ਬਾਰ ਕੁਐਸਚਨ ਕਰਦਾ ਹੈ, ਪ੍ਰਸ਼ਨ ਪੁੱਛਦਾ ਹੈ ਕਿ ਮੇਰਾ ਬਚਪਨ ਕਦੋਂ ਆਏਗਾ। ਜਿਸ ਵੇਲੇ ਇਹ ਆਉਣਾ ਚਾਹੀਦਾ ਸੀ ਉਸ ਵੇਲੇ ਤਾਂ ਇਹ ਆਇਆ ਨਹੀਂ, ਇਹਦਾ ਮਤਲਬ ਇਹ ਕਦੇ ਨਹੀਂ ਵਾਪਸ ਆਏਗਾ। ਸੋ ਬੱਚਿਓ, ਹਮੇਸ਼ਾ ਆਪਣੇ ਚੰਗੇ ਭਲੇ ਸਮੇਂ ਦੀ ਰਿਸਪੈਕਟ ਕਰੋ, ਪਰਮਾਤਮਾ ਦਾ ਸ਼ੁਕਰੀਆ ਅਦਾ ਕਰੋ, ਜੋ ਰਿਸ਼ਤੇ ਤੁਹਾਡੇ ਕੋਲ ਹੈਗੇ ਆ ਉਹਨਾਂ ਦੀ ਕਦਰ ਕਰੋ। ਅੱਗੇ ਅਸੀਂ ਪੜ੍ਹਾਂਗੇ ਕਵਿਤਾ ਦਾ ਕੇਂਦਰੀ ਭਾਵ। ਅਤੇ ਬੱਚਿਓ, ਕੇਂਦਰੀ ਭਾਵ ਉਹ ਭਾਵ ਹੁੰਦਾ ਹੈ ਜਿਹਦੇ ਦੁਆਲੇ ਸਾਰੀ ਕਵਿਤਾ ਬੁਣੀ ਗਈ ਹੁੰਦੀ ਹੈ। ਅਤੇ ਇਸ ਕਵਿਤਾ ਦਾ ਮੁੱਖ ਭਾਵ ਕਿਹੜਾ ਸੀਗਾ ਕਿ ਪਿਤਾਹੀਣ ਬੱਚਾ ਸਧਾਰਨ ਬੱਚਿਆਂ ਵਾਂਗ ਆਪਣਾ ਬਚਪਨ ਨਹੀਂ ਬਤੀਤ ਕਰਦਾ, ਅਤੇ ਉਸ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਾਧੇ ਵਿੱਚ ਉਹਦੀ ਮਾਂ ਕਿਤੇ ਨਾ ਕਿਤੇ ਹਿੱਸਾ ਨਹੀਂ ਪਾ ਪਾਉਂਦੀ, ਕਿਉਂਕਿ ਉਹਨੂੰ ਵੀ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਦੁੱਖ ਭੋਗਣੇ ਪੈਂਦੇ ਆ। ਅਤੇ ਇਹੋ ਜਿਹਾ ਬੱਚਾ ਜਦੋਂ ਵੱਡਾ ਹੁੰਦਾ ਹੈ ਤਾਂ ਉਹਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਕਿ ਉਹਦੀ ਮਾਸੂਮੀਅਤ ਉਹਦੇ ਕੋਲੋਂ ਖੁੱਸ ਗਈ ਹੈ। ਅੱਗੇ ਅਸੀਂ ਪੜ੍ਹਾਂਗੇ ਵਸਤੂਨਿਸ਼ਟ ਪ੍ਰਸ਼ਨ। ਪਹਿਲਾ ਪ੍ਰਸ਼ਨ ਪੜ੍ਹਾਂਗੇ, ਮੇਰਾ ਬਚਪਨ ਕਵਿਤਾ ਕਿਸ ਕਵੀ ਦੀ ਰਚਨਾ ਹੈ। ਸੋ ਹੁਣੇ ਹੀ ਆਪਾਂ ਕਵਿਤਾ ਪੜ੍ਹੀ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ। ਪੇਪਰ ਦੇ ਵਿੱਚ 4 ਆਪਸ਼ਨ ਆਉਣੀਆਂ ਤਾਂ ਤੁਸੀਂ ਕਿਹੜੇ ਨੂੰ ਚੁਣਨਾ ਹੈ? ਡਾਕਟਰ ਹਰਭਜਨ ਸਿੰਘ। ਦੂਸਰਾ ਪ੍ਰਸ਼ਨ, ਡਾਕਟਰ ਹਰਭਜਨ ਸਿੰਘ ਦੀ ਕਿਹੜੀ ਕਵਿਤਾ ਤੁਹਾਡੀ ਪਾਠ ਪੁਸਤਕ ਵਿੱਚ ਦਰਜ ਹੈ? ਮੇਰਾ ਬਚਪਨ। ਮੇਰਾ ਬਚਪਨ ਕਵਿਤਾ ਵਿੱਚ ਕਿਸ ਰਿਸ਼ਤੇ ਦੀ ਗੈਰ ਹਾਜ਼ਰੀ ਕਾਰਨ ਬਚਪਨ ਰੁਲ ਜਾਂਦਾ ਹੈ? ਪਿਤਾ ਦੀ। ਅੱਗੇ ਹੈ, ਪੁੱਤਰ ਦੇ ਛੇਤੀ ਛੇਤੀ ਗੱਭਰੂ ਹੋਣ ਦੀ ਲੋਚਾ ਕਿਸ ਦੇ ਮਨ ਵਿੱਚ ਹੈ? ਮੇਰਾ ਬਚਪਨ ਕਵਿਤਾ ਦੇ ਆਧਾਰ 'ਤੇ ਦੱਸੋ। ਮਾਂ ਦੇ ਮਨ ਦੇ ਵਿੱਚ ਹੈ। ਉਹ ਚਾਹੁੰਦੀ ਹੈ ਕਿ ਬੱਚਾ ਵੱਡਾ ਹੋਵੇ ਅਤੇ ਉਹਦੀ ਰਕਸ਼ਾ ਕਰੇ, ਉਹਦਾ ਸਹਾਰਾ ਬਣੇ। ਅਗਲਾ ਪ੍ਰਸ਼ਨ, ਕਦੇ ਕਦੇ ਬਾਲਾਂ ਦੇ ਕੁੱਛੜ ਸੌਣ ਨਿਚਿੰਤ ਡੈਸ਼ ਮਾਵਾਂ। ਇਹਦੇ ਵਿੱਚ ਆਪਾਂ ਕੀ ਭਰਾਂਗੇ? ਕਦੇ ਕਦੇ ਬਾਲਾਂ ਦੇ ਕੁੱਛੜ ਸੌਣ ਨਿਚਿੰਤ ਨਿਕਰਮਣ ਮਾਵਾਂ। ਨਿਕਰਮਣ ਕੀ ਹੁੰਦਾ? ਬਦਕਿਸਮਤ ਮਾਵਾਂ। 6ਵਾਂ ਹੈ, ਮੇਰਾ ਬਚਪਨ ਕਵਿਤਾ ਵਿੱਚ ਮਾਂ ਨੇ ਆਪਣੇ ਹੱਥੀਂ ਆਪਣੇ ਪਤੀ ਦੀ ਚਿਤਾ ਜਲਾਈ। ਇਹ ਕਥਨ ਠੀਕ ਹੈ ਜਾਂ ਨਹੀਂ? ਬਿਲਕੁਲ ਠੀਕ ਹੈ। ਜਦੋਂ ਆਪਣੇ ਬੱਚੇ ਨੂੰ ਉਹ ਇਹ ਗੱਲ ਦੱਸਦੀ ਹੈ ਕਿ ਉਹਨੇ ਕਿਸ ਤਰ੍ਹਾਂ ਆਪਣੇ ਹੱਥੀਂ ਉਹਦੀ ਚਿਤਾ ਨੂੰ ਵੀ ਜਲਾਇਆ ਅਤੇ ਉਹਦੇ ਬਚਪਨ ਨੂੰ ਵੀ ਨਾਲ ਹੀ ਉਹਨੇ ਜਲਾ ਦਿੱਤਾ। 7ਵਾਂ ਪ੍ਰਸ਼ਨ, ਮੇਰਾ ਬਚਪਨ ਕਵਿਤਾ ਵਿੱਚ ਮੂਲ ਰੂਪ ਵਿੱਚ ਕਿਹੜਾ ਰਿਸ਼ਤਾ ਵਿਚਰਦਾ ਨਜ਼ਰ ਆਉਂਦਾ ਹੈ? ਮਾਂ ਪੁੱਤ ਦਾ।